ਤੁਸੀਂ ਜੁੜ ਚੁੱਕੇ ਹੋ ਏਕਮ ਟੀਵੀ ਦੇ ਨਾਲ ਔਰ ਇਸ ਟਾਈਮ ਲਾਈਵ ਤੁਸੀਂ ਜਿਹੜੀਆਂ ਸਿੱਗੂ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਅਸੀਂ ਭੇਜ ਰਹੇ ਹਾਂ ਔਰ ਏਕਮ ਟੀਵੀ ਜੋ ਕਿ ਇਸ ਟਾਈਮ ਕੈਨੇਡਾ ਤੇ ਇੰਡੀਆ ਦੇ ਵਿੱਚ ਲਾਈਵ ਹੈ ਔਰ ਜੁੜੇ ਰਹੋ ਇਸੇ ਤਰ੍ਹਾਂ ਹੀ ਏਕਮ ਟੀਵੀ ਦੇ ਨਾਲ। ਸਾਡੇ ਨਾਲ ਜੁੜੇ ਨੇ ਇਸ ਸੰਘਰਸ਼ ਨੂੰ ਜਿਨ੍ਹਾਂ ਨੇ ਕਿ ਸ਼ੰਭੂ ਬੈਰੀਅਰ ਤੋਂ ਲੈ ਕੇ ਇੱਥੋਂ ਤੱਕ ਹੰਢਾਇਆ ਔਰ ਪਿਛਲੇ ਲਗਾਤਾਰ ਜਿਹੜਾ 60 ਦਿਨ ਤੋਂ ਇਹ ਸੰਘਰਸ਼ ਚੱਲ ਰਿਹਾ ਔਰ ਇੱਥੇ ਹੀ ਉਹਨਾਂ ਨੇ ਡੇਰੇ ਲਾਏ ਹੋਏ ਨੇ ਔਰ ਉਹ ਕਾਫੀ ਜਿਹੜੇ ਆਈਕਨ ਪਰਸਨੈਲਿਟੀ ਬਣੇ ਹੋਏ ਨੇ ਸਾਡੇ ਪੰਜਾਬ ਦੀ ਨੌਜਵਾਨਾਂ ਦੇ ਵਿੱਚ ਇੱਕ ਆਈਕਨ ਪਰਸਨੈਲਿਟੀ ਨੇ ਔਰ ਨਵੇਂ ਮੁੱਦਿਆਂ ਦੇ ਉੱਤੇ ਗੱਲ ਕਰਦੇ ਨੇ ਔਰ ਸਾਡੇ ਨਾਲ ਜੁੜੇ ਨੇ ਦੀਪ ਸਿੱਧੂ ਜੀ ਔਰ ਉਹਨਾਂ ਦੇ ਨਾਲ ਤੁਹਾਨੂੰ ਗੱਲ ਕਰਾਉਣੇ ਆ। ਦੀਪ ਸਿੱਧੂ ਜੀ ਸਾਡੇ ਨਾਲ ਜੁੜੇ ਨੇ ਔਰ ਦੀਪ ਸਿੱਧੂ ਜੀ ਨਾਲ ਤੁਹਾਡੀ ਗੱਲ ਕਰਾਉਣੇ ਆ ਕਿ ਸਤਿ ਸ਼੍ਰੀ ਅਕਾਲ ਭਾਈ ਜੀ, ਏਕਮ ਟੀਵੀ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਔਰ ਲਾਈਵ ਹੈ ਜੀ ਆਪਾਂ ਕੈਨੇਡਾ ਤੱਕ ਇਸ ਟਾਈਮ। ਹਾਂਜੀ ਔਰ ਇਹ ਹੈ ਕਿ ਇੰਨੀ ਵੱਡੀ ਲਾਮਬੰਦੀ ਜਿਹੜੀ ਹੋਈ ਹੈ ਜੀ ਤੇ ਜਿਹੜਾ ਅੰਦੋਲਨ ਇਸ ਮੁਕਾਮ ਤੱਕ ਪਹੁੰਚਿਆ, ਕਿਸ ਦਾ ਰੋਲ ਮੰਨਦੇ ਹੋ ਸਭ ਤੋਂ ਵੱਡਾ? ਇਹ ਤਾਂ ਪ੍ਰਮਾਤਮਾ ਦਾ ਜੀ, ਵਾਹਿਗੁਰੂ ਦਾ ਰੋਲ ਆ ਇੱਥੇ, ਹੈ ਨਾ। ਉਹਨਾਂ ਨੇ ਜੋ ਇਹ ਇੱਕ ਇਤਿਹਾਸਿਕ ਵਰਤਾਰਾ ਜੋ ਵਰਤ ਰਿਹਾ ਜੀ, ਜਿਹਨੂੰ ਅਸੀਂ ਗਵਾਹੀ ਦੇ ਰਹੇ ਹਾਂ, ਭਰ ਰਹੇ ਹਾਂ ਜਿਹਦੀ, ਹਨਾ, ਇਹ ਉਸ ਡਿਵਾਈਨ ਇੰਟਰਵੈਂਸ਼ਨ ਤੋਂ ਇਲਾਵਾ ਨਹੀਂ ਹੋ ਸਕਦਾ ਸੀ। ਸੋ ਇੱਥੇ ਜੇ ਆਪਾਂ ਕਹੀਏ ਵੀ ਕਿਸੇ ਦੇ ਸਿਰ ਤੇ ਸਿਹਰਾ ਜਾਂਦਾ, ਕਿਸੇ ਇੱਕ ਸ਼ਖਸੀਅਤ ਦੇ ਨਹੀਂ, ਲੋਕਾਂ ਦੇ, ਤੇ ਲੋਕਾਂ 'ਚ ਰੱਬ ਵਸਦਾ। ਜਿਹੜੀਆਂ ਜਥੇਬੰਦੀਆਂ ਵੱਲੋਂ ਜਿਹੜੇ ਫੈਸਲੇ ਲਏ ਜਾ ਰਹੇ ਨੇ, ਕੀ ਉਹਨਾਂ ਦੇ ਵਿੱਚ ਲੋਕਾਂ ਦੀ ਭਾਵਨਾਵਾਂ ਨੂੰ ਦੇਖ ਰਹੇ ਹੋ? ਬਿਲਕੁਲ ਦੇਖ ਰਹੇ ਆ ਜੀ, ਉਹ ਤੋਂ ਬਿਨਾਂ ਫੈਸਲੇ ਹੀ ਨਹੀਂ ਲਏ ਜਾ ਰਹੇ। ਸੋ ਇੱਥੇ ਜੇ ਆਪਾਂ ਕਹੀਏ ਵੀ ਹਜੇ ਤੱਕ ਕਿਸੇ ਆਗੂ ਨੇ, ਕਿਸੇ ਜਥੇਬੰਦੀ ਨੇ ਜਾਂ ਸਾਰੇ ਸਾਂਝੇ ਤੌਰ ਤੇ ਜੋ ਵੀ ਫੈਸਲੇ ਲਏ ਆ, ਉਹੀ ਫੈਸਲੇ ਲਏ ਗਏ ਆ ਜਿਵੇਂ ਲੋਕ ਚਾਹੁੰਦੇ ਸੀ। ਉਹ ਤੋਂ ਪਾਸੇ ਇੱਕ ਇੰਚ ਵੀ ਇੱਧਰ ਉੱਧਰ ਨਹੀਂ ਹੋਏ। ਦੀਪ ਸਾਹਿਬ, ਬੜੇ ਲੰਬੇ ਸਮੇਂ ਤੋਂ ਬਾਅਦ ਨੌਜਵਾਨਾਂ ਦੀ ਲਾਮਬੰਦੀ ਵੇਖੀ ਗਈ ਹੈ ਇਸ ਅੰਦੋਲਨ 'ਚ। ਅਗਰ ਆਪਾਂ ਗੱਲ ਕਰ ਰਹੀਏ 1984 ਤੋਂ ਬਾਅਦ ਇੱਕ ਖੌਫ ਜਿਹਾ ਹੋ ਗਿਆ ਸੀਗਾ, ਨੌਜਵਾਨ ਬਾਹਰ ਹੀ ਨਹੀਂ ਸੀ ਆ ਰਿਹਾ। ਇਹ ਇੱਕ ਪਲੇਟਫਾਰਮ ਐਡਾ ਵੱਡਾ ਆਇਆ ਕਿ ਨੌਜਵਾਨ ਪੂਰਾ ਡਟ ਕੇ ਬਾਹਰ ਆਇਆ ਔਰ ਇਸ ਲਾਮਬੰਦੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਸ ਅੰਦੋਲਨ ਤੋਂ ਬਾਅਦ ਕਿੱਦਾਂ ਦੇ ਪ੍ਰਭਾਵ ਨੇ ਜਾਂ ਨੌਜਵਾਨਾਂ ਨੂੰ ਆਪਾਂ ਕਿਵੇਂ ਲਾਮਬੰਦ ਕਰਾਂਗੇ? ਨਹੀਂ, ਲਾਮਬੰਦ ਦੇਖੋ, ਇੱਕ ਸਟੇਟ ਦਾ ਜਿਹੜਾ ਪਿਛਲਾ ਨੈਰੇਟਿਵ ਸੀ, ਉਹਦਾ ਨਾ ਇੱਕ ਬਹੁਤ ਵੱਡੀ ਦਹਿਸ਼ਤ ਕਿਤੇ ਮਾਨਸਿਕਤਾ 'ਚ ਪਈ ਸੀ ਨੌਜਵਾਨਾਂ ਦੀ। ਉਸ ਨੈਰੇਟਿਵ ਨੂੰ ਤੋੜਨਾ ਤੇ ਉਸ ਦਹਿਸ਼ਤ ਨੂੰ ਤੋੜਨਾ, ਇਹ ਇੱਕ ਚੈਲੰਜ ਹੁੰਦਾ ਜੋ ਕਿ ਤੋੜ ਕੇ ਨੌਜਵਾਨ ਇੱਥੇ ਆਏ ਆ। ਇਹ ਇੱਕ ਨਵਾਂ ਪੰਜਾਬ ਆ, ਨਵਾਂ ਹਰਿਆਣਾ, ਨਵੀਂ ਤਰ੍ਹਾਂ ਦੀ ਜਨਰੇਸ਼ਨ ਆ ਜਿਹਦੇ ਅੰਦਰ ਡਰ ਨਹੀਂ ਆ, ਸੱਚ ਤੇ ਪਹਿਰਾ ਦੇ ਰਹੀ ਆ। ਹੁਣ ਚੈਲੰਜ ਇਹ ਆ ਵੀ ਇੱਥੇ ਤਾਂ ਜੋ ਵਾਪਰ ਰਿਹਾ ਉਹਨੂੰ ਤਾਂ ਆਪਾਂ ਕਹਿ ਰਹੇ ਆ ਵਾਕਈ ਇਹ ਇੱਕ ਵਾਈਬ੍ਰੇਸ਼ਨ ਡਿਵਾਈਨ ਆ। ਅਧਿਆਤਮਿਕ ਤੌਰ ਤੇ ਜੇ ਅਸੀਂ ਸਮਝੀਏ ਗੱਲਾਂ ਨੂੰ ਤਾਂ ਇਹਦੀ ਆਪਦੀ ਇੱਕ ਬਹੁਤ ਵੱਡੀ ਇੰਪੋਰਟੈਂਸ ਆ। ਇੱਕ ਇਹ ਪੂਰਾ ਜਿਵੇਂ ਗੁਰਦੁਆਰਾ ਸਾਹਿਬ 'ਚ ਸਰੋਵਰ ਹੁੰਦੇ ਆ ਨਾ, ਨਹਾ ਕੇ ਤੁਸੀਂ ਪਵਿੱਤਰ ਹੋ ਜਾਂਦੇ ਹੋ, ਇੱਥੇ ਵੀ ਉਹੀ ਗੱਲ ਵਾਪਰ ਰਹੀ ਹੈ। ਇੱਥੇ ਆ ਕੇ ਤੁਸੀਂ ਲਿਟਰਲੀ ਇੱਕ ਪਿਓਰ ਸੋਲ ਦੀ ਤਰ੍ਹਾਂ ਸੋਚਣ ਲੱਗ ਜਾਂਦੇ ਹੋ। ਪਰ ਚੈਲੰਜ ਇਹ ਆ ਵੀ ਜਦੋਂ ਹੁਣ ਅਸੀਂ ਇੱਥੋਂ ਜਿੱਤ ਕੇ ਆਪਦੇ ਘਰਾਂ ਨੂੰ ਜਾਵਾਂਗੇ ਜੀ, ਵੱਡੀ ਗੱਲ ਤੇ ਉੱਥੇ ਜਾ ਕੇ ਵੀ ਇਸ ਕਿਰਦਾਰ ਨੂੰ ਜਾਂ ਇਹਨਾਂ ਵੈਲਿਊਜ਼ ਤੇ ਐਥਿਕਸ ਨੂੰ ਕਾਇਮ ਰੱਖਾਂਗੇ। ਉਹ ਕਿਵੇਂ ਰੱਖਾਂਗੇ? ਉਹ ਸਿਰਫ ਗੁਰੂ ਤੇ ਗੁਰਬਾਣੀ ਰੱਖ ਸਕਦੀ ਆ, ਉਹ ਤੋਂ ਬਿਨਾ ਕੋਈ ਹੱਲ ਨਹੀਂ ਹੈ। ਰਾਜਨੀਤਿਕ ਪ੍ਰਭਾਵ ਕਿਵੇਂ ਦੇ ਆਉਣ ਵਾਲੇ ਨੇ ਇਸ ਤੋਂ ਬਾਅਦ, ਇਸ ਅੰਦੋਲਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਜਾਂ ਹਿੰਦੁਸਤਾਨ ਦੀ ਰਾਜਨੀਤੀ ਤੇ ਜਿਹੜੇ ਪ੍ਰਭਾਵ ਆਉਣੇ ਨੇ ਉਹ ਕਿਸ ਤਰ੍ਹਾਂ ਦੇ ਆਉਣਗੇ? ਨਹੀਂ, ਬਹੁਤ ਵੱਡੇ ਜੀ। ਇਹਦੀ ਇੰਪੋਰਟੈਂਸ ਸਿਰਫ ਜੇ ਆਪਾਂ ਕਹਿ ਲਈਏ, ਇਹਦੀ ਸਿਗਨੀਫੀਕੈਂਸ ਉਹ ਸਥਾਨਕ ਨਹੀਂ ਆ, ਗਲੋਬਲ ਆ ਜੀ, ਹਨਾ। ਸੋ ਸਾਰੀ ਦੁਨੀਆ ਇਸ ਐਜੀਟੇਸ਼ਨ ਨੂੰ, ਇਸ ਮੋਰਚੇ ਵੱਲ ਵੇਖ ਰਹੀ ਆ ਕਿਉਂਕਿ ਇਹ ਗਰੀਬਾਂ ਦੇ, ਕਿਸਾਨਾਂ ਦੇ ਜਿਹੜੇ ਹੱਕ ਆ ਉਹਦੀ ਰੱਖਿਆ ਕਰ ਰਿਹਾ ਜੀ, ਹਨਾ। ਹੋਰ ਵੀ ਧਿਰਾਂ ਜਿਹੜੀਆਂ ਜਿਨ੍ਹਾਂ ਨੇ ਸਮੇਂ ਤੋਂ ਸਰਕਾਰਾਂ ਦੀ ਮਾਰ ਝੱਲੀ ਆ, ਉਹ ਸਾਰੇ ਵੀ ਉਹਨਾਂ ਦੇ ਜਜ਼ਬਾਤ ਆ, ਉਹਨਾਂ ਦੀ ਰੱਖਿਆ ਕਰ ਰਿਹਾ। ਸੋ ਬਹੁਤ ਵੱਡੀ ਗੱਲ ਆ ਇਹ। ਇੱਥੇ ਜਿਹੜੀ ਇੱਕ ਵਿਆਪਕ ਤੁਸੀਂ ਤਰ੍ਹਾਂ ਦੀ ਆਪਾਂ ਦੇਖੀ ਆ ਕੰਟਰੀਬਿਊਸ਼ਨ, ਹਨਾ, ਜਿਸ ਤਰ੍ਹਾਂ ਦੀ ਡਾਈਵਰਸ ਪਾਰਟਿਸਿਪੇਸ਼ਨ ਵੀ ਆ, ਉਹ ਬਹੁਤ ਬਾਕਮਾਲ ਆ। ਉਹ ਇਸੇ ਕਰਕੇ ਆ ਕਿਉਂਕਿ ਜਦੋਂ ਕਿਤੇ ਜ਼ੁਲਮ ਤੇ ਜ਼ਬਰ ਹੋਊਗਾ ਤਿਉਂ ਉਹਦੀ ਵਿਰੋਧ ਤਾਂ ਹੋਣੀ ਆ, ਪਰ ਇਸ ਢੰਗ ਨਾਲ ਹੋਣੀ ਕਦੇ ਇਤਿਹਾਸ 'ਚ ਨਹੀਂ ਹੋਇਆ ਸੀ। ਤੁਸੀਂ ਦੇਖ ਲਓ, ਤੁਸੀਂ ਪਿੱਛੇ ਜਾ ਕੇ ਮਾੜਾ ਜਿਹਾ ਵਿਟਨੈਸ ਤਾਂ ਕਰਕੇ ਆਓ। ਜੀ ਬਿਲਕੁਲ ਫੈਨੋਮੀਨਲ। ਮਤਲਬ ਕਿ ਹੁਣ ਜਿਹੜਾ ਹੈ ਕਿ ਹੱਕਾਂ ਦੇ ਲਈ ਇੱਕ ਹੱਕ ਮੰਗਣ ਦੇ ਲਈ ਜਿਹੜੇ ਜਿਨ੍ਹਾਂ ਦਾ ਅਧਿਕਾਰ ਬਣਦਾ ਉਹ ਆਪਣੇ ਹੱਕ ਮੰਨਦੇ ਨੇ, ਉਹ ਹਮੇਸ਼ਾ ਕੀ ਏਦਾਂ ਅੰਦੋਲਨਾਂ 'ਚ ਹੀ ਆਪਣਾ ਹੱਕ ਮੰਗਦੇ ਰਹਿਣਗੇ, ਸੜਕਾਂ ਦੇ ਉੱਤੇ ਆਪਣਾ ਆ ਕੇ ਹੱਕ ਮੰਗਣਗੇ ਤੇ ਕਦੇ ਉਹਨਾਂ ਹੱਕੀ ਲੋਕਾਂ ਦਾ ਪਾਰਲੀਮੈਂਟ ਦੇ ਉੱਤੇ ਵੀ ਕਬਜ਼ਾ ਹੋਊਗਾ? ਨਹੀਂ, ਦੇਖੋ ਗੱਲ ਆਏ ਆ ਵੀ ਹੱਕ ਜਦੋਂ ਤੁਹਾਨੂੰ ਲਿਟਰਲੀ ਨਾ, ਇਹ ਤਾਂ ਇਤਿਹਾਸ 'ਚ ਹੀ ਚੱਲਦਾ ਰਿਹਾ। ਜਿਹੜੀਆਂ ਹਕੂਮਤਾਂ ਹੁੰਦੀਆਂ ਨਾ, ਜਦੋਂ ਉਹਨਾਂ 'ਚ ਹੰਕਾਰ ਆ ਜੇ, ਨਿਰਦਈ ਤੇ ਜ਼ਾਲਮ ਬਣ ਜਾਂਦੀਆਂ ਫਿਰ, ਹਨਾ। ਉਹਨਾਂ ਨੂੰ ਐਂ ਲੱਗਦਾ ਵੀ ਉਹ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੀਆਂ, ਬਲਕਿ ਉਹ ਆਪਦੇ ਪਰਸਨਲ ਹਿੱਤਾਂ ਦੀ ਰਾਖੀ ਕਰ ਰਹੀਆਂ ਹੁੰਦੀਆਂ।
ਸੋ ਇਹ ਤਾਂ ਸਮੇਂ ਤੋਂ ਇਹ ਇਨਸੀਡੈਂਸਸ, ਇਹ ਵਰਤਾਰੇ ਚੱਲਦੇ ਹੀ ਰਹਿੰਦੇ ਆ ਵੀ ਜਦੋਂ ਅੱਤ ਹੋ ਜਾਂਦੀ ਆ ਫਿਰ ਲਿਟਰਲੀ ਅੱਤਵਾਦੀ ਪੈਦਾ ਹੁੰਦੇ ਆ, ਜਿਨ੍ਹਾਂ ਨੂੰ ਇਹ ਅੱਤਵਾਦੀ ਕਹਿੰਦੇ ਆ ਪਰ ਉਹ ਆਪਦੇ ਹੱਕ ਲੈ ਰਹੇ ਆ, ਹਨਾ। ਸੋ ਜਦੋਂ ਕਿ ਅੱਤਵਾਦੀ ਤਾਂ ਅਸਲ 'ਚ ਅੱਜ ਪਾਰਲੀਮੈਂਟ ਦੇ ਅੰਦਰ ਬੈਠੇ ਆ। ਉਹੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਇਹ ਨਾ ਇੱਕ ਇਰਫਾਨ ਖਾਨ ਜਿਹੜੇ ਹੁਣ ਵਿਚਾਰੇ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਇੱਕ ਫਿਲਮ ਸੀ ਪਾਨ ਸਿੰਘ ਤੋਮਰ, ਉਹਦੇ 'ਚ ਇੱਕ ਡਾਇਲੌਗ ਵੀ ਸੀ ਇਹ, ਕਹਿੰਦਾ ਬੀਹੜ में तो बागी रहते हैं, है ना, डाकू तो पार्लियामेंट में होते हैं। सो ਗੱਲ ਉਹ ਸੱਚੀ ਆ, ਕਿਉਂਕਿ ਦੇਖੋ ਜਦੋਂ ਤੁਸੀਂ ਇਨਸਾਨੀਅਤ ਨੂੰ, ਜਦੋਂ ਤੁਸੀਂ ਮਨੁੱਖਤਾ ਨੂੰ, ਜਦੋਂ ਤੁਸੀਂ ਕਿਸੇ ਦੀਆਂ ਕਦਰਾਂ ਕੀਮਤਾਂ ਨੂੰ, ਉਹਨਾਂ ਦੀ ਤੁਸੀਂ ਉਹਨਾਂ ਨੂੰ ਲੁੱਟ ਖਸੁੱਟ ਕਰਨ ਲੱਗ ਜਾਓਗੇ, ਹਨਾ, ਉਹਨਾਂ ਨੂੰ ਤੁਸੀਂ ਦਬਾਉਣ ਲੱਗ ਜਾਓਗੇ, ਜਾਂ ਲੋਕਾਂ ਨੂੰ ਆਪਸੀ ਸਾਂਝ ਭਾਈਚਾਰਕ ਪ੍ਰੇਮ ਇਹ ਤੋਂ ਦੂਰ ਲੈ ਜਾਓਗੇ ਤੇ ਤੁਸੀਂ ਪਾਲਿਸੀਜ਼ ਘੜੋਗੇ, ਤਾਂ ਉਹ ਪਾਲਿਸੀਜ਼ ਕੁਛ ਕੁ ਹਿੱਤਾਂ ਲਈ ਘੜੋਗੇ ਜਾਂ ਆਪਦੀ ਪਾਵਰ ਵੀ ਕੁਛ ਕੁ ਹੱਥਾਂ 'ਚ ਰੱਖੋਗੇ, ਤਾਂ ਫਿਰ ਆਹ ਗੱਲਾਂ ਸੁਭਾਵਿਕ ਹੁੰਦੀਆਂ। ਫਿਰ ਪ੍ਰਮਾਤਮਾ ਹੀ ਕੁਛ ਕਰਦਾ, ਤੇ ਆ ਪ੍ਰਮਾਤਮਾ ਨੇ ਹੀ ਕੀਤਾ ਜੀ ਇੱਥੇ ਜੋ ਹੋਇਆ। ਮੁਗਲਾਂ ਤੋਂ ਲੈ ਕੇ ਜਦੋਂ ਮੁਗਲਾਂ ਨਾਲ ਲੜਾਈਆਂ ਲੜੀਆਂ ਤਾਂ ਜਿਹੜੀ ਸਿੱਖ ਪਰਸਨੈਲਿਟੀਜ਼ ਨੇ ਜਾਂ ਪੰਜਾਬ ਹੈ ਉਹ ਮੋਹਰੀ ਰਿਹਾ। ਜਦੋਂ ਅਸੀਂ ਅੰਗਰੇਜ਼ਾਂ ਦੇ ਨਾਲ ਲੜਾਈ ਲੜੀ ਫਿਰ ਵੀ ਜਿਹੜਾ ਪੰਜਾਬ ਦਾ ਤੇ ਇੱਕ ਸਿੱਖ ਚਿਹਰਾ ਜਿਹੜਾ ਬਾਹਰ ਆਇਆ। ਹੁਣ ਇਹ ਅੰਦੋਲਨ ਹੋਇਆ, ਇਹਦੇ ਵਿੱਚ ਫਿਰ ਜਿਹੜਾ ਇੱਕ ਸਿੱਖ ਚਿਹਰਾ ਤੇ ਇੱਕ ਪੰਜਾਬੀਅਤ ਹੈ ਉਹ ਬਾਹਰ ਨਿਕਲ ਕੇ ਆਈ ਹੈ, ਚਾਹੇ ਅੱਜ ਸਾਰਾ ਹਿੰਦੁਸਤਾਨ ਚਾਹੇ ਸਾਰਾ ਵਰਲਡ ਸਪੋਰਟ ਕਰ ਰਿਹਾ। ਕਿਤੇ ਨਾ ਕਿਤੇ ਜਿਹੜੀ ਇਹ ਗੋਦੀ ਮੀਡੀਆ ਜਾਂ ਬੀਜੇਪੀ ਹੈ ਉਹ ਗੱਲ ਬਰਦਾਸ਼ਤ ਤੋਂ ਬਾਹਰ ਹੈ ਉਹਨਾਂ ਦੇ, ਕਿ ਅੱਜ ਫਿਰ ਜਿਹੜਾ ਸਿੱਖੀ ਜਿਹੜਾ ਉਹ ਮੋਹਰਾ ਚਿਹਰਾ ਜਿਹੜਾ ਉਹ ਸਿੱਖ ਦਾ ਹੀ ਨਜ਼ਰ ਆ ਰਿਹਾ, ਪੰਜਾਬੀਆਂ ਦਾ ਹੀ ਜਿਹੜਾ ਮੋਹਰਾ ਚਿਹਰਾ ਇਸ ਅੰਦੋਲਨ ਦੇ ਵਿੱਚ ਜਿਹੜਾ ਲੀਡ ਕਰਦਾ ਨਜ਼ਰ ਆ ਰਿਹਾ। ਉਹ ਇਸ ਗੱਲ ਨੂੰ ਕਿੱਦਾਂ, ਕਿਉਂਕਿ ਜੇ ਸ਼ਹੀਦੀਆਂ ਦਿੱਤੀਆਂ ਉਹ ਵੀ ਸਿੱਖਾਂ ਦੇ ਹਿੱਸੇ ਆਈਆਂ, ਜਨਊ ਦੇ ਲਈ ਸ਼ਹੀਦ ਹੋਇਆ ਤਾਂ ਗੁਰੂ ਤੇਗ ਬਹਾਦਰ ਸ਼ਹੀਦ ਹੋਇਆ, ਤੇ ਅੱਜ ਅਗਰ ਜੇ ਅਸੀਂ ਇੱਥੇ ਫੇਰ ਲੀਡ ਕਰ ਰਹੇ ਹਾਂ ਤਾਂ ਇਹ ਬਰਦਾਸ਼ਤ ਕਰਨ ਵਾਲੀ ਗੱਲ ਸੀਗੀ, ਨਾ ਕਿ ਇਸ ਗੱਲ ਨੂੰ ਉਸ ਪਾਸੇ ਲੈ ਜਾਣਾ ਕਿ ਮਾਓਵਾਦੀ ਖਾਲਿਸਤਾਨੀ ਟੁਕੜੇ ਟੁਕੜੇ ਗੈਂਗ ਲੀਡ ਕਰ ਰਹੇ ਹਨ। ਨਹੀਂ ਜੀ, ਇਹ ਦੇਖੋ ਕੋਈ ਹੁਣ ਕੁਛ ਮਰਜ਼ੀ ਕਹਿ ਲੇ, ਜਿਹੜਾ ਇਹ ਅੰਦੋਲਨ ਲੜਿਆ ਜਾ ਰਿਹਾ ਨਾ, ਇੱਥੇ ਹਰ ਤਰ੍ਹਾਂ ਦੀ ਆਪਾਂ ਕਹਿ ਲਈਏ ਇੱਕ ਵਿਚਾਰਧਾਰਾ ਹੈਗੀ ਆ ਜੀ, ਔਰ ਸਾਰੇ ਇਕੱਠੇ ਆ ਜੀ, ਪਰ ਇਹ ਗੱਲ ਮੰਨਣੀ ਪਊ, ਇਹਦੀ ਅਗਵਾਈ ਸਿੱਖ ਸਪਿਰਿਟ ਕਰ ਰਹੀ ਆ। ਬਿਲਕੁਲ। ਹੁਣ ਸਿੱਖ ਸਪਿਰਿਟ ਕੀ ਆ? ਸਿੱਖ ਸਪਿਰਿਟ ਜਾਂ ਸਿੱਖ ਧਰਮ ਕੀ ਆ? ਉਹ ਅਕਾਲ ਦਾ ਧਰਮ ਆ ਤੇ ਅਕਾਲ ਦੀ ਹੀ ਸਿਆਸਤ ਆ ਜੀ। ਉਹਦੇ ਚ ਨਿੱਜਤਾ ਹੈ ਹੀ ਨਹੀਂ, ਉਹਦੇ ਚ ਬਾਉਂਡਰੀਜ਼ ਵੀ ਹੈ ਨਹੀਂ ਜੀ। ਉਹ ਗੱਲ ਹੀ ਬ੍ਰਹਮੰਡ ਦੀ ਆ, ਯੂਨੀਵਰਸ ਦੀ ਆ ਜੀ। ਸੋ ਜਦੋਂ ਸਿੱਖ ਕਦੇ ਹਿੰਸਕ ਨਹੀਂ ਹੋਊਗਾ, ਜਦੋਂ ਲੜੂਗਾ ਉਹ ਆਪਦੇ ਕੱਲੇ ਲਈ ਨਹੀਂ ਲੜੂਗਾ, ਆਪਦੇ ਹਿੱਤਾਂ ਲਈ ਨਹੀਂ ਲੜੂਗਾ, ਉਹ ਐਕਚੁਅਲੀ ਲੜੂਗਾ ਤਾਂ ਉਹ ਅਕਾਲ ਦੀ, ਜੇ ਆਪਾਂ ਧਰਮ ਦੀ ਗੱਲ ਕਰਦੇ ਆ, ਸਿਆਸਤ ਦੀ ਗੱਲ ਕਰਦੇ ਆ, ਉਹ ਤਾਂ ਫਿਰ ਦੁਨੀਆ ਲਈ ਲੜੂਗਾ। ਬ੍ਰਹਿਮੰਡ ਹੈ ਪੂਰਾ ਜਿਵੇਂ ਇਹ ਸਾਜੀ ਗਈ ਆ ਸ੍ਰਿਸ਼ਟੀ, ਹਨਾ, ਉਹ ਉਸ ਤਰ੍ਹਾਂ ਬਰਕਰਾਰ ਰਹਿਣੀ ਚਾਹੀਦੀ ਹੈ। ਇਹੀ ਗੁਰੂ ਨਾਨਕ ਸਾਹਿਬ ਨੇ ਕਿਹਾ, ਜੋ ਦਰਜਾ ਦਿੱਤਾ ਗੁਰੂ ਨਾਨਕ ਸਾਹਿਬ ਨੇ, ਹਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸਰਬੱਤ ਦੇ ਭਲੇ ਦਾ ਮੈਸੇਜ ਵੀ ਹੈ ਜੀ। ਸਾਡੇ ਜਿਹੜੇ ਦਰਜੇ ਦਿੱਤੇ ਆ ਨੇਚਰ ਨੂੰ, ਜਿਸ ਤਰ੍ਹਾਂ ਅਸੀਂ ਸਰਬੱਤ ਦੇ ਭਲੇ ਦੇ ਆਪਦੇ ਫਲਸਫੇ ਆ ਸਾਡੇ, ਜਿਵੇਂ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ, ਇਹ ਫਲਸਫੇ ਬਹੁਤ ਵੱਡੇ ਆ, ਇਸ ਹੱਦਾਂ ਸਰਹੱਦਾਂ 'ਚ ਬੰਦ ਨਹੀਂ ਹੋ ਸਕਦੇ। it's actually about the whole universe। ਸੋ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਵੇਖੋ, ਚਾਹੇ ਪ੍ਰੀ ਇੰਡੀਪੈਂਡੈਂਸ ਸੀ, ਚਾਹੇ ਇੰਡੀਪੈਂਡੈਂਸ ਦੀ ਲੜਾਈ ਹੋਈ, ਹਨਾ, ਚਾਹੇ ਮੁਗਲਾਂ ਦੇ ਖਿਲਾਫ ਲੜੇ, ਉਹ ਮੁਗਲਾਂ ਦੇ ਖਿਲਾਫ ਨਹੀਂ ਲੜੇ, ਹਾਂ, ਕਿਉਂਕਿ ਹਕੂਮਤ ਹਮੇਸ਼ਾ ਹੀ ਨਿਰਦਈ ਹੋ ਕੇ ਜ਼ਾਲਮ ਤੇ ਉਹਨਾਂ 'ਚ ਹੰਕਾਰ, ਇਹ ਸਭ ਕੁਝ ਕੈਰੈਕਟਰਿਸਟਿਕਸ ਆ ਜਾਂਦੇ ਆ। ਫਿਰ ਜਿਹੜੇ ਅਕਾਲ ਦੇ ਲੋਕ ਹੋਣਗੇ ਜਾਂ ਅਕਾਲ ਦੀ ਕੌਮ ਹੋਊਗੀ, ਉਹ ਫਿਰ ਲੜਨਾ ਹੀ ਲੜਨਾ। ਉਹਨਾਂ ਨੇ ਫਿਰ ਇਹ ਨਹੀਂ ਦੇਖਣਾ ਜ਼ੁਲਮ ਕੀਤੇ ਹੋ ਰਿਹਾ। ਇੱਕ ਪਾਸੇ ਗੁਰੂ ਨਾਨਕ ਸਾਹਿਬ ਜਨੇਊ ਲਾਉਣ ਦੀ ਗੱਲ ਕਰ ਰਹੇ ਆ, ਜਾਂ ਕਿਸ ਤਰ੍ਹਾਂ ਦਾ ਜਨੇਊ ਪਹਿਨਣਾ ਚਾਹੀਦਾ ਉਹ ਗੱਲ ਕਰ ਰਹੇ ਆ। ਦੂਜੇ ਪਾਸੇ ਨੌਵੇਂ ਪਾਤਸ਼ਾਹ ਉਸੇ ਜਨੇਊ ਦੀ ਰੱਖਿਆ ਖਾਤਰ ਸ਼ਾਹ ਮੁਹੰਮਦ, ਉਹਨਾਂ ਨੇ ਜੰਗਨਾਮਾ ਲਿਖਿਆ ਸੀ ਤੇ ਉਹਦੀ ਥੋੜੀਆਂ ਲਾਈਨਾਂ ਲਿਖੀਆਂ ਸੀ, ਹਾਂ, ਵੀ ਹਿੰਦ ਜੰਗ ਪੰਜਾਬ ਦਾ ਹੋਣ ਲੱਗਾ, ਦੋਨਾਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਹਨਾ। ਸੋ ਉੱਥੋਂ ਲੈ ਕੇ ਐਂਡ ਤੱਕ ਜਿੱਥੇ ਵੀ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ, ਤੇ ਮੈਂ ਉੱਥੇ ਡੈਸ਼ ਲਿਖਿਆ ਕਿਤੇ ਹੁਣ ਦੁਬਾਰਾ ਨਹੀਂ, ਦੁਬਾਰਾ ਨਹੀਂ, ਵੀ ਉਹ ਜਿਹੜੀ ਹੋਣੀ ਸੀ ਉਹਨੂੰ ਆਪਾਂ ਹੁਣ ਬਦਲੀਏ। ਹੁਣ ਫੌਜਾਂ ਜਿੱਤ ਕੇ ਅੰਤ ਨੂੰ ਪਰਤੀਆਂ ਨੇ ਵੀ ਹੋ ਸਕਦਾ, ਹਨਾ, ਤਾਂ ਕੁਛ ਵੀ। ਉਹ ਸਾਡੇ ਆਗੂਆਂ ਨੂੰ ਇੱਕ ਸੁਨੇਹਾ ਹੀ ਸੀ ਵੀ ਤੁਸੀਂ ਯਾਰ ਸੰਗਤ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ, ਫਿਰ ਨਹੀਂ ਅਸੀਂ ਹਾਰਦੇ।
ਤੇ ਇਹ ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਰੱਖਿਓ। ਬਸ ਇੰਨੀਆਂ ਕੁ ਗੱਲਾਂ। ਮੇਰਾ ਲਾਸਟ ਪ੍ਰਸ਼ਨ ਹੀ ਹੈ ਜੀ ਵੀ ਜਿਹੜਾ ਅਸੀਂ ਸ਼ਾਇਦ ਕਾਫੀ ਲੰਬੇ ਸਮੇਂ ਤੋਂ ਲੀਡਰਲੈਸ ਹਾਂ ਪੰਜਾਬ ਦੇ ਵਿੱਚ। ਅਗਰ ਕੌਮ ਦੀ ਗੱਲ ਕਰੀਏ ਉਹ ਵੀ ਲੀਡਰਲੈਸ ਹੈ, ਜੇ ਆਪਾਂ ਆਪੋਜੀਸ਼ਨ ਦੀ ਗੱਲ ਕਰੀਏ ਉਹ ਵੀ ਲੀਡਰਲੈਸ ਹੈ, ਪਰ ਰਾਜਨੀਤਿਕ ਤੌਰ ਤੇ ਵੀ ਕਿਤੇ ਨਾ ਕਿਤੇ ਲੀਡਰਲੈਸ ਆ। ਕੋਈ ਇੱਕ ਚੰਗੇ ਲੀਡਰ ਦੀ ਜਿਹੜੀ ਭਾਲ ਹੈ ਉਹ ਸ਼ਾਇਦ ਪੰਜਾਬ ਦੀ ਪਿਛਲੇ 34 ਸਾਲਾਂ ਤੋਂ ਕੰਪਲੀਟ ਹੀ ਨਹੀਂ ਹੋ ਪਾਈ। ਕਿਤੇ ਆਉਣ ਵਾਲੇ ਸਮੇਂ 'ਚ ਇਹ ਕੁਝ ਕੰਪਲੀਟ ਹੋਊਗਾ। ਦੇਖੋ ਲਾ ਰਹੇ ਆ ਲੱਗੀ ਹੋਈ ਜਿਹੜੀ ਜਰ ਲੱਗ ਜਾਂਦੀ ਹੁੰਦੀ ਆ। ਸੋ ਇਸ ਕਰਕੇ ਜਦੋਂ ਆਪਦੇ ਕਿਰਦਾਰਾਂ ਨੂੰ ਘੜ ਲਿਆ ਫਿਰ ਅਸੀਂ ਆਪਦੇ ਲੀਡਰਾਂ ਨੂੰ ਵੀ ਪਛਾਣਨ ਲੱਗ ਜਾਾਂਗੇ, ਫਿਰ ਸਾਡੇ ਕੋਲੇ ਲੀਡਰ ਪੈਦਾ ਵੀ ਹੋਣ ਲੱਗ ਜਾਣਗੇ ਜੇ ਹੈ ਨਹੀਂ ਤਾਂ। ਸੋ ਇਹ ਇਟਸ ਟੂ ਵੇ ਸਟਰੀਟ, ਦੋਨੇ ਪਾਸਿਓਂ। ਲੀਡਰ ਵੀ ਕੀ ਕਰਨਾ, ਉਹ ਸਿਸਟਮ ਇੱਕ ਇਹੋ ਜਿਹੇ ਚ ਆ ਜਾਂਦੇ ਆ ਜਿਹੜਾ ਸਿਸਟਮ ਉਹਨਾਂ ਨੂੰ ਆਪਦੇ ਗਲਬੇ ਚ ਲੈ ਕੇ ਤੇ ਫਿਰ ਹਿੱਲਣ ਨਹੀਂ ਦਿੰਦਾ। ਜਿਹੜਾ ਆਉਣ ਵਾਲਾ ਭਵਿੱਖ ਆ ਉਹ ਸੰਘਰਸ਼ ਆ, ਜੇ ਉਹਦੇ ਲਈ ਜਿਹੜਾ ਤਿਆਰ ਆ, ਚਾਹੇ ਲੀਡਰ ਹੋਵੇ ਲੋਕ ਹੋਣ, ਫੇਰ ਹੀ ਕੁਝ ਘੜ ਸਕਦੇ ਆ ਜੀ। ਔਰ ਏਕਮ ਟੀਵੀ ਦੇ ਨਾਲ ਜੁੜਨ ਲਈ ਦੀਪ ਸਿੱਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਏਕਮ ਟੀਵੀ ਦੇ ਨਾਲ ਜੁੜੇ ਹੋ ਔਰ तमाम ਦਰਸ਼ਕਾਂ ਜੋ ਕਿ ਜਿਨ੍ਹਾਂ ਨੇ ਹੁਣੇ ਸੁਣਿਆ ਵੀ ਦੇਖਿਆ ਵੀ ਔਰ ਏਕਮ ਟੀਵੀ ਤੇ ਲਾਈਵ ਸੀਗੇ ਸਾਡੇ ਨਾਲ ਇਸ ਟਾਈਮ ਦੀਪ ਸਿੱਧੂ, ਜਿਨ੍ਹਾਂ ਨੇ ਬਹੁਤ ਹੀ ਖੁੱਲੇ ਮਨ ਦੇ ਨਾਲ ਪੰਜਾਬ ਦੀ ਸਿਆਸਤ ਔਰ ਇਸ ਅੰਦੋਲਨ ਦਾ ਜਿਹੜਾ ਮੁਕਾਮ ਹੈ ਉਸ ਦੇ ਉੱਤੇ ਗੱਲ ਕੀਤੀ ਔਰ ਆਉਣ ਵਾਲੀ 26 ਤਰੀਕ ਨੂੰ ਇਸ ਅੰਦੋਲਨ ਨੂੰ ਬੜੀ ਚੰਗੀ ਤਰ੍ਹਾਂ ਦੂਰੋਂ ਦੇਖਿਆ ਤੇ ਕਾਫੀ ਕੁਝ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਕਿ ਇੱਕ ਇਮਾਨਦਾਰੀ ਦੀ ਜ਼ਰੂਰਤ ਹੈ, ਇੱਕ ਇਮਾਨਦਾਰ ਲੀਡਰ ਦੀ ਲੋੜ ਹੈ ਔਰ ਜਿਹੜਾ ਅੱਜ ਨੌਜਵਾਨ ਸਾਡਾ ਲਾਮਬੰਦ ਹੋਇਆ ਇਹ ਲੰਬੇ ਸਮੇਂ 'ਚ ਜਿਹੜੀ ਰਾਜਨੀਤਿਕ ਉਸ ਨੂੰ ਬਦਲਣ ਦਾ ਜੇਰਾ ਰੱਖਦਾ ਹੈ ਸਾਡਾ ਨੌਜਵਾਨ। ਉਹਨਾਂ ਨੇ ਬਹੁਤ ਵੱਡੀ ਗੱਲ ਇਸ ਅੰਦੋਲਨ ਲਈ ਕਹੀ ਕਿ ਜਿਹੜੇ ਸਾਡੇ ਆਗੂ ਹਨ ਉਹਨਾਂ ਨੂੰ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਉਹ ਲੋਕਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਇਸ ਅੰਦੋਲਨ ਨੂੰ ਅੱਗੇ ਵਧਾਉਣ। ਤੇ ਜਿੱਥੋਂ ਤੱਕ ਰੋਡ ਮੈਪ ਦੀ ਗੱਲ ਹੋਈ ਹੈ ਜੋ ਕਿ 26 ਜਨਵਰੀ ਨੂੰ ਕਿਸਾਨ ਪਰੇਡ ਹੋਣੀ ਹੈ, ਉਹਨਾਂ ਦਾ ਕਹਿਣਾ ਸੀ ਕਿ ਹਜੇ ਉਹਦੇ ਵਿੱਚ ਸਸਪੈਂਸ ਬਣਿਆ ਹੋਇਆ ਹੈ, ਹਜੇ ਉਹ ਜਿਹੜਾ ਰੋਡ ਮੈਪ ਹੈ ਉਹ ਕਲੀਅਰ ਨਹੀਂ ਹੋਇਆ ਔਰ ਉਹਨਾਂ ਨੇ ਬੜੇ